ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਾਰਾ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਿਤਕ ਦਇਓਸ ਬੀਤੇ ਜਬੈ ਚਿਤ ਮਹਿ ਚਿਤਵਨ ਕੀਨਾ ਸੇਵਾ ਚਾਹੀਏ ਗੁਰੂ ਕੀ ਜਿਸ ਤੇ ਹੋਏ ਮਨ ਹੋਏ ਪ੍ਰਸੀਨਾ ਕਿਤਕ ਦਇਓਸ ਬੀਤੇ ਜਬੈ ਚਿਤ ਮਹਿ ਚਿਤਵਨ ਕੀਨਾ ਸੇਵਾ ਚਾਹੀਏ ਗੁਰੂ ਕੀ ਜਿਸ ਤੇ ਹੋਏ ਪ੍ਰਸੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਹਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਦਇਆ ਨਿਧ ਤਨ ਤਨ ਸਾਹਿਬ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਅੰਮ੍ਰਿਤ ਰੂਪ ਗਾਥਾ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਆਪ ਸਭ ਮਾਈ ਭਾਈ ਸੰਗਤਾਂ ਸ਼ਰਵਣ ਕਰਦੇ ਹੋ। ਸਾਧ ਸੰਗਤ ਦੀਆਂ ਘੜੀਆਂ ਨੂੰ ਮਾਣਦਿਆਂ ਹੋਇਆਂ ਆਪਣੇ ਸਵਾਸਾਂ ਨੂੰ ਮਨੁੱਖਾ ਸਰੀਰ ਨੂੰ ਸਫਲਿਆਂ ਬਣਾ ਰਹੇ ਹੋ। ਜਥਾ ਪ੍ਰਸੰਗ ਖਾਲਸਾ ਜੀ ਕੱਲ ਆਪਾਂ ਰਲ ਮਿਲ ਕਰਕੇ ਵਿਚਾਰਿਆ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜਿਵੇਂ ਬਾਬਾ ਅਮਰਦਾਸ ਜੀ ਪਹੁੰਚੇ, ਹੋਇਆ ਇਉਂ ਕਿ ਜਦੋਂ ਇਸ ਗੱਲ ਦੀ ਗਿਆਤਾ ਹੋਈ ਕਿ ਅਸੀਂ ਨਗੁਰੇ ਹਾਂ, ਗੁਰੂ ਤੋਂ ਬਿਨਾਂ ਕਲਿਆਣ ਨਹੀਂ ਸੰਸਾਰ ਤੇ, ਪੂਰੇ ਗੁਰੂ ਦੀ ਭਾਲ ਵਿੱਚ ਮਨ ਵਿਆਕੁਲ ਹੁੰਦਾ ਹੈ। 2 ਰਾਤਾਂ ਬਾਬਾ ਅਮਰਦੇਵ ਜੀ ਬਿਰਾਜਮਾਨ ਨਾ ਹੋਏ, ਸੁੱਤੇ ਨਾ, ਇੱਕੋ ਹੀ ਬਸ ਪਰਮੇਸ਼ਰ ਤਾਈਂ ਬੇਨਤੀ ਕਰੀ ਜਾਂਦੇ ਆ, ਹੇ ਪਰਮੇਸ਼ਰ ਦਇਆ ਕਰੋ, ਸਾਨੂੰ ਪੂਰੇ ਸਤਿਗੁਰੂ ਦਾ ਮਿਲਾਪ ਕਰਵਾ ਦੇਵੋ। ਇਧਰ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਤੜਕੇ ਉੱਠਦੇ 3 ਵਜੇ ਦੇ ਕਰੀਬ, 1 ਪਹਿਰ ਰਾਤ ਰਹਿੰਦਿਆਂ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਪੁੱਤਰੀ ਹਨ ਤੇ ਬਾਬਾ ਤੇਜਭਾਨ ਜੀਆਂ ਦੇ ਪੁੱਤਰ ਨੂੰ ਵਿਆਹੇ ਹੋਏ, ਭਾਵ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਭਰਾਤਾ ਦੇ ਘਰ ਨੂੰ ਸਨ ਬੀਬੀ ਅਮਰੋ ਜੀ, ਬਾਬਾ ਈਸ਼ਰਦਾਸ ਜੀਆਂ ਦੇ। ਤੋ ਮਾਈ ਜਦ ਦੁੱਧ ਰਿੜਕਦੇ ਆ, ਮੁੱਖੋਂ ਸ਼ਬਦ ਉਚਾਰਦੇ ਆ, ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹਦੇ ਆ, ਬਾਬਾ ਅਮਰਦਾਸ ਜੀ ਅੰਡ ਦੇ ਸ਼ਬਦ ਸੁਣੇ, ਬਹੁਤ ਆਨੰਦ ਪ੍ਰਾਪਤ ਹੋਇਆ ਤੇ ਆਖਿਆ, ਪੁੱਤਰੀਏ ਕਿਹਨਾਂ ਦੀ ਬਾਣੀ ਹੈ, ਤੁਹਾਡੇ ਪਾਸ ਕਿੱਥੋਂ ਆਈ? ਦੱਸਿਆ ਕਿ ਜਗ ਦੇ ਦਾਤੇ ਹੋਏ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹ ਤਾਂ ਸੱਚਖੰਡ ਪਿਆਨਾ ਕਰ ਗਏ, ਆਪਣਾ ਸਰੂਪ ਆਪਣੇ ਥਾਵੇਂ ਗੁਰਤਾ ਸਿੰਘਾਸਣ ਤੇ ਸਾਡੇ ਗੁਰਪਿਤਾ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਬਿਰਾਜਮਾਨ ਕਰਕੇ ਗਏ ਹਨ। ਜਦੋਂ ਅਸੀਂ ਛੋਟੇ ਹੁੰਦਿਆਂ ਪਿਤਾ ਜੀ ਦੇ ਘਰ ਰਹਿੰਦੇ ਸੀ, ਉੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਪਿਤਾ ਜੀ ਪਾਸੋਂ ਸੁਣਿਆ ਕਰਦੇ। ਪਿਤਾ ਜੀਆਂ ਸਾਨੂੰ ਇਹ ਸਾਰੀ ਬਾਣੀ ਕੰਠ ਕਰਵਾਈ। ਤੋ ਬਾਬਾ ਅਮਰਦਾਸ ਜੀਆਂ ਇੱਛਾ ਜ਼ਾਹਰ ਕੀਤੀ ਕਿ ਸਾਨੂੰ ਇਹੋ ਜਿਹੇ ਪੂਰੇ ਸਤਿਗੁਰਾਂ ਦੇ ਦਰਸ਼ਨ ਕਰਵਾ ਦਿਓ। ਬੋਲੇ, ਬੀਬੀ ਅਮਰੋ ਜੀ ਕਿਉਂ ਨਹੀਂ, ਤੁਸੀਂ ਸਾਡੇ ਪਿਤਾ ਸਦਰਸ ਹੋ, ਪਰ ਦਿੱਕਤ ਇਹ ਹੈ ਕਿ ਸਾਨੂੰ ਪਿਤਾ ਜੀ ਦਾ ਹੁਕਮ ਹੋਇਆ ਜਿੰਨਾ ਸਮਾਂ ਤੁਹਾਨੂੰ ਅਸੀਂ ਖਡੂਰ ਸਾਹਿਬ ਸੱਦਾ ਨਾ ਭੇਜ ਬੁਲਾਈਏ ਆਉਣਾ ਨਹੀਂ, ਔਰ ਜਿੰਨਾ ਸਮਾਂ ਅਸੀਂ ਇੱਥੋਂ ਵਿਦਾ ਨਾ ਕਰੀਏ ਜਾਣਾ ਨਹੀਂ। ਇਸ ਕਰਕੇ ਬੀਬੀ ਅਮਰੋ ਜੀ ਕਹਿੰਦੇ, ਅਸੀਂ ਤੁਹਾਨੂੰ ਖਡੂਰ ਸਾਹਿਬ ਲਿਜਾ ਨਹੀਂ ਸਕਦੇ ਹਜੇ, ਜਦੋਂ ਕਿਤੇ ਸੱਦਾ ਆਵੇਗਾ ਪਿਤਾ ਜੀ ਦਾ, ਉਦੋਂ ਸਾਡੇ ਨਾਲ ਤੁਸੀਂ ਜਾਂਦੇ ਰਹਿਣਾ। ਬਾਬਾ ਅਮਰਦਾਸ ਜੀ ਕਹਿੰਦੇ ਕਿ ਇਹ ਪੁੱਤਰੀ, ਇਹ ਤਾਂ ਭਲੇ ਦਾ ਪਰਉਪਕਾਰ ਦਾ ਕਾਰਜ ਹੈ, ਤੁਸੀਂ ਸਾਨੂੰ ਪੂਰੇ ਗੁਰੂ ਦਾ ਮਿਲਾਪ ਕਰਾਉਣ ਵਾਸਤੇ ਲੈ ਕੇ ਜਾਣਾ ਹੈ। ਜੇ ਪੂਰੇ ਗੁਰੂ ਅੰਤਰਜਾਮੀ ਹਨ ਗੁਰੂ ਅੰਗਦ ਪਾਤਸ਼ਾਹ ਜੀ, ਫਿਰ ਨਹੀਂ ਗੁੱਸੇ ਹੋਣਗੇ, ਕਿਉਂਕਿ ਤੁਸੀਂ ਪਰਉਪਕਾਰ ਨੂੰ ਲੈ ਕੇ ਚੱਲੇ ਹੋ। ਇਉਂ ਬਾਬਾ ਜੀ ਦੀ ਗੱਲ ਸੁਣ ਕੇ ਬੀਬੀ ਅਮਰੂ ਜੀਆਂ ਨੇ ਤਿਆਰਾ ਕੀਤਾ, ਖਡੂਰ ਸਾਹਿਬ ਆਏ। ਬਾਬਾ ਅਮਰਦਾਸ ਜੀਆਂ ਨੂੰ ਨਗਰ ਦੇ ਬਾਹਰ ਹੀ ਰੋਕ ਦਿੱਤਾ, ਅਸੀਂ ਆਗਿਆ ਲੈ ਆਈਏ, ਜੇ ਆਖਣਗੇ ਗੁਰੂ ਪਿਤਾ ਜੀ ਫੇਰ ਤੁਹਾਨੂੰ ਦਰਸ਼ਨ ਕਰਵਾਵਾਂਗੇ। ਇਉਂ ਕਹਿ ਕੇ ਬੀਬੀ ਜੀ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ।
ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੈ ਪੁੱਤਰੀ, ਤੁਹਾਨੂੰ ਆਖਿਆ ਹੋਇਆ ਕਿ ਸੱਦੇ ਬਿਨਾਂ ਆਉਣਾ ਨਹੀਂ, ਕੀ ਕਾਰਨ ਹੈ ਤੁਸੀਂ ਬਿਨਾਂ ਸੱਦੇ ਆਏ ਹੋ? ਤੇ ਜੇ ਆ ਹੀ ਗਏ ਹੋ, ਫਿਰ ਜਿਹਨੂੰ ਨਾਲ ਲੈ ਕੇ ਆਏ ਹੋ ਮਿਲਾਉਣ ਵਾਸਤੇ, ਉਹਨੂੰ ਬਾਹਰ ਕਿਉਂ ਬਿਠਾਇਆ ਹੋਇਆ? ਇੱਥੇ ਹੀ ਲੈ ਆਓ। ਹੱਥ ਜੋੜੇ ਬੀਬੀ ਅਮਰੋ ਜੀਆਂ ਹੁਕਮ ਪਾ ਕਰਕੇ ਬਾਬਾ ਅਮਰਦਾਸ ਜੀਆਂ ਨੂੰ ਦਰਸ਼ਨ ਕਰਵਾਏ ਪੂਰੇ ਸਤਿਗੁਰਾਂ ਦੇ। ਰਿਸ਼ਤੇ ਵਿੱਚ ਸੰਬੰਧੀ ਜਾਣ ਕਰਕੇ ਗੁਰੂ ਅੰਗਦ ਪਾਤਸ਼ਾਹ ਜੀ ਤਖਤ ਤੋਂ ਖੜੇ ਹੋਏ, ਬਾਹਾਂ ਚਾਦਰੇ ਚੋਂ ਬਾਹਰ ਕੱਢੀਆਂ ਗਲ ਲਾਉਣ ਵਾਸਤੇ, ਪਰ ਬਾਬਾ ਅਮਰਦਾਸ ਜੀ ਚਰਨੀ ਡਿੱਗ ਪਏ ਤੇ ਆਖਿਆ, ਮਹਾਰਾਜ ਤੁਹਾਡੇ ਗਲ ਲੱਗਣਾ, ਅਸੀਂ ਗਲ ਲੱਗਣ ਦੇ ਯੋਗ ਨਹੀਂ। ਇਉਂ ਸਤਿਗੁਰਾਂ ਨਾਲ ਮਿਲਾਪ ਹੋਇਆ ਬਾਬਾ ਅਮਰਦਾਸ ਜੀ ਦਾ। ਫਿਰ ਉਹ ਇੰਨੇ ਨੂੰ ਕੁਝ ਬਚਨ ਬਿਲਾਸ ਹੋਏ। ਲਾਂਗਰੀ ਸਿੰਘ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦਾ ਤਿਆਰ ਹੈ। ਤੋ ਸਿੱਖਾਂ ਸਮੇਤ ਮਹਾਰਾਜ ਜੀ ਪੰਡਾਲ ਵਿੱਚ ਸੱਜ ਬੈਠੇ, ਪ੍ਰਸ਼ਾਦਾ ਵਰਤਿਆ। ਬਾਬਾ ਅਮਰਦਾਸ ਜੀਆਂ ਇੱਛਾ ਕੀਤੀ ਕਿ ਵੈਸੇ ਤਾਂ ਸ਼ੰਕਾ ਨਹੀਂ, ਪਾਤਸ਼ਾਹ ਜੀ ਪੂਰੇ ਗੁਰੂ ਹਨ, ਅੰਤਰਜਾਮੀ ਵੀ ਹਨ, ਪਰ ਜੇ ਕਿਤੇ ਮੇਰੇ ਮਨ ਦੀ ਬੁੱਝ ਕੇ ਆਪਣਾ ਸੀਤ ਪ੍ਰਸ਼ਾਦ ਮੈਨੂੰ ਦੇ ਦੇਣ, ਛਕਣ ਨੂੰ ਆਪਦਾ ਥਾਲ ਦੇ ਦੇਣ, ਤਾਂ ਕਿਆ ਆਨੰਦ ਹੈ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਰੱਜ ਕੇ ਪ੍ਰਸ਼ਾਦਾ ਛਕਿਆ, ਜਲ ਛਕਿਆ। ਜਾਣ ਗਏ ਮਹਾਰਾਜ ਵੀ ਸਾਹਮਣੇ ਬੈਠੇ ਬਜ਼ੁਰਗ ਬਾਬਾ ਅਮਰਦਾਸ ਜੀਆਂ ਦੇ ਹਿਰਦੇ ਵਿੱਚ ਕੀ ਇੱਛਾ ਹੈ। ਸਿੱਖ ਨੂੰ ਆਖਿਆ, ਥਾਲ ਜਿਹੜਾ ਵਾ ਸਾਡਾ ਇਹ ਚੁੱਕ ਕੇ ਉਹ ਸਾਹਮਣੇ ਬਜ਼ੁਰਗ ਦੇ ਅੱਗੇ ਰੱਖ ਦਿਓ। ਇਉਂ ਸੁਣਦਿਆਂ ਸਾਰ ਬਾਬਾ ਅਮਰਦੇਵ ਜੀ ਬਹੁਤ ਪ੍ਰਸੰਨ ਹੋਏ। ਫਿਰ ਪ੍ਰਸ਼ਾਦਾ ਛਕ ਕੇ ਬਾਹਰ ਨਗਰ ਤੋਂ ਜਾ ਬਹਿੰਦੇ, ਬੰਦਗੀ ਪਰਮੇਸ਼ਰ ਦਾ ਧਿਆਨ ਧਰਦੇ। ਜਦੋਂ ਹੀ ਪੰਗਤਾਂ ਲੱਗਦੀਆਂ ਉਦੋਂ ਫਿਰ ਵਾਪਸ ਆਉਂਦੇ। ਸੰਗਤ ਵਿੱਚ ਤੁਰਦੇ ਫਿਰਦੇ ਨਹੀਂ ਸਨ, ਇਕਾਂਤ ਰਹਿ ਕੇ ਪ੍ਰਸੰਨ ਰਹਿੰਦੇ। ਇਹ ਸਾਰੀ ਕਥਾ ਵਾਰਤਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰੀ ਹੈ। ਅੱਗੇ ਜਥਾ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਿਵੇਂ ਸੇਵਾ ਕੀਤੀ, ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ, ਸਾਰਾ ਪ੍ਰਸੰਗ ਪਾਈ ਆ ਰਿਹਾ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੋ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਿਕ ਦਇਓਸ ਬੀਤੇ ਜਬੈ। ਤੋ ਕਵੀ ਰਾਜ ਕਹਿੰਦੇ, ਕੁਝ ਕੁ ਦਿਨ ਬਾਬਾ ਅਮਰਦਾਸ ਜੀਆਂ ਨੂੰ ਜਦੋਂ ਇੱਥੇ ਖਡੂਰ ਸਾਹਿਬ ਰਹਿੰਦਿਆਂ ਹੋਇਆਂ ਬਤੀਤ ਹੋ ਗਏ ਹਨ। ਚਿਤ ਮਹਿ ਚਿਤਵਨ ਕੀਨਾ, ਤੇ ਬਾਬਾ ਜੀਆਂ ਨੇ ਆਪਦੇ ਹਿਰਦੇ ਵਿੱਚ ਇੱਕ ਵਿਚਾਰ ਕਰਨਾ ਕੀਤੀ, ਚਿਤਵਨੀ ਕੀਤੀ ਹੈ। ਸੇਵਾ ਚਾਹੀਏ ਗੁਰੂ ਕਿ ਕੀ, ਪੂਰੇ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਜਿਸ ਤੇ ਹੋਏ ਪ੍ਰਸੀਨ। ਤਾਂ ਕਿ ਗੁਰੂ ਅੰਗਦ ਪਾਤਸ਼ਾਹ ਜੀ ਸਾਡੀ ਸੇਵਾ ਤੋਂ ਖੁਸ਼ ਹੋ ਜਾਵਣ। ਸਵਈਆ ਛੰਦ ਬੇਪਰਵਾਹ ਗੁਰੂ ਹੈ ਜਦਿਪ, ਭਾਵੇਂ ਕਿ ਜਦੋਂ ਭਾਵੇਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਬੇਪਰਵਾਹ ਹਨ। ਚਿਤ ਮੈਂ ਜਿਨ ਕੇ ਚਾਹ ਨਾ ਕੋਏ, ਜਿਸ ਸਤਿਗੁਰਾਂ ਦੇ ਹਿਰਦੇ ਵਿੱਚ ਰਾਈ ਮਾਤਰ ਵੀ ਕੋਈ ਇੱਛਾ ਚਾਹ ਨਹੀਂ, ਸੰਕਲਪ ਨਹੀਂ ਉੱਠਦਾ, ਤਦਪ ਦਾਸ ਨਿਜ ਧਰਮ ਵਿਚਾਰ ਹੈ। ਪਰ ਬਾਬਾ ਜੀ ਹਿਰਦੇ ਵਿੱਚ ਵਿਚਾਰਦੇ ਹੈ ਕਿ ਫੇਰ ਵੀ ਜਿਹੜਾ ਕੋਈ ਉਦਾਸ ਸੇਵਕ ਹੁੰਦਾ ਇਹਨੂੰ ਆਪਦਾ ਧਰਮ ਵਿਚਾਰਨਾ ਚਾਹੀਏ। ਭਾਵ ਕਿ ਜੇ ਗੁਰੂ ਅੰਗਦ ਪਾਤਸ਼ਾਹ ਜੀ ਕੋਈ ਨਹੀਂ ਇੱਛਾ ਕਰਕੇ ਸਾਨੂੰ ਸੇਵਾ ਕਰਨ ਨੂੰ ਆਖਦੇ, ਪਰ ਅਸੀਂ ਸੇਵਕ ਸਿੱਖ ਹਾਂ, ਇਸ ਕਰਕੇ ਸਾਨੂੰ ਆਪਦਾ ਧਰਮ ਸੇਵਕ ਜਿਹੜਾ ਵਾ ਨਾ ਮੁਰਦਾ ਹੋਏ, ਮੁਰੀਦ ਨਾ ਗੱਲੀ ਹੋਵਣਾ। ਸੇਵਾ ਕਰਨੀ ਜਿਹੜੀ ਵੈ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਤੋ ਇਹ ਜਿਹੜਾ ਵਾ ਸੇਵਾ ਕਰਨਾ ਸਾਡਾ ਧਰਮ ਸੇਵਕ ਦਾ, ਸੇਵਕ ਨੂੰ ਪਛਾਣਨਾ ਚਾਹੀਦਾ ਹੈ। ਸੇਵਾ ਕਰਹਿ ਭਾਉ ਮਨ ਭੋਏ, ਤੇ ਹਿਰਦੇ ਨੂੰ ਭਾਉ ਕਹੀਏ ਪ੍ਰੇਮ ਵਿੱਚ ਭਿਉਂ ਕਰਕੇ ਸੇਵਾ ਕਰਨੀ ਚਾਹੀਏ। ਪ੍ਰਥਮ ਜੁਗਨ ਮਹਿ ਤਪ ਕੋ ਤਪ ਹੈ, ਭਾਵੇਂ ਕਿ ਪਹਿਲੇ ਯੁੱਗਾਂ ਦੇ ਵਿੱਚ ਬੜੇ ਭਾਰੀ ਤਪ ਕੀਤੇ ਜਾਂਦੇ ਸੀ, ਧੂਣੀਆਂ ਤਾ ਕੇ ਤਪ ਕਰਦੇ ਸਨ ਲੋਕ। ਸੁਧਾ ਪਿਪਾਸਾ ਸਹਿ ਕਰ ਸੋਏ, ਤੇ ਬੜੀ ਭਾਰੀ ਭੁੱਖ ਤੇ
ਦੇ ਪਿਆਸ ਨੂੰ ਸਹਿ ਸਹਿ ਕੇ ਪੰਜ ਪੰਜ ਅੱਗਾਂ ਚਾਰ ਪਾਸੇ ਧੂਣੇ ਇੱਕ ਸੂਰਜ ਦੀ ਧੁੱਪ ਇਤਿਆਦਿਕ ਪੰਜ ਅੱਗਾਂ ਬਾਲ ਬਾਲ ਕੇ ਜਿਹੜੇ ਸੀਗੇ ਲੋਕ ਉਹ ਧੂਣੀਆਂ ਤਾ ਕੇ ਤਪ ਕਰਦੇ ਭੁੱਖੇ ਰਹਿੰਦੇ ਸਨ। ਪੰਚਾਂਗਨ ਤਪ ਹੈ ਜਲ ਪੈਠ ਹੈ। ਹਾਂ, ਪੰਜ ਅੱਗਾਂ ਬਾਲ ਕੇ ਚਾਰ ਪ੍ਰਤੱਖ ਇੱਕ ਸੂਰਜ ਦੀ ਧੁੱਪ ਤੇ ਜਲ ਦੇ ਵਿੱਚ ਜਾ ਜਾ ਕੇ ਬਹਿੰਦੇ ਸਨ। ਬਰਖਾ ਸਹਿ ਨਗਨ ਤਨ ਹੋਏ। ਤੋ ਸਰੀਰ ਨਗਨ ਕਰਕੇ ਉੱਪਰ ਬਸ ਜਿਹੜੀ ਵੈ ਉਹ ਬਰਖਾ ਆਪਦੇ ਸੀਸ ਉੱਪਰ ਸਹਿੰਦੇ ਰਹੇ ਸਨ। ਏਕ ਚਰਨ ਪਰ ਠਾਡੇ ਹੋਵਤ। ਠੰਡ ਤੇ ਗਰਮੀ ਜਿਹੜੀ ਉੱਪਰ ਸਹਿੰਦੇ ਰਹੇ, ਕਦੇ ਇੱਕ ਇੱਕ ਲੱਤ ਤੇ ਪਾਣੀ ਵਿੱਚ ਖੜੇ ਹੋ ਜਾਂਦੇ। ਊਰਧ ਬਾਹੂ ਕਿਤੇ ਰਹੰਤ। ਤੇ ਕਈ ਪਹਿਲੇ ਯੁੱਗਾਂ ਵਿੱਚ ਲੋਕ ਤਾਣ ਉੱਚੀਆਂ ਬਾਹਾਂ ਖੜ ਕੇ ਕਰਕੇ ਉਹ ਸੰਜਮ ਵਰਤ ਰੱਖਦੇ ਸਨ। ਕੈ ਲਟਕਤ ਹੈ ਉਪਰ ਪਦ ਕਰ। ਕਦੇ ਲੱਤਾਂ ਨੂੰ ਉੱਪਰ ਰੁੱਖ ਨਾਲ ਲਾ ਕਰਕੇ ਪੁੱਠੇ ਲਮਕਦੇ ਰਹੇ। ਚਾਹੇ ਪ੍ਰਸੰਨ ਹੋਏ ਭਗਵੰਤ। ਕਿਉਂਕਿ ਲੋਕ ਚਾਹੁੰਦੇ ਸੀ ਭਗਤ ਜਨ ਕਿ ਪਰਮੇਸ਼ਰ ਸਾਡੇ ਤੇ ਖੁਸ਼ ਹੋ ਜਾਵਨ। ਸੋ ਤਪ ਫਲ ਅਬ ਕਲੀ ਕਾਲ ਮਹਿ। ਬਾਬਾ ਅਮਰਦੇਵ ਜੀ ਹਿਰਦੇ ਵਿੱਚ ਜਿਹੜੇ ਵੈ ਉਹ ਵਿਚਾਰਦੇ ਆ ਕਿ ਉਹ ਐਡੇ ਭਾਰੀ ਤਪਾਂ ਦਾ ਜਿੰਨਾ ਫਲ ਸੀ ਉਹ ਹੁਣ ਜਿਹੜਾ ਕਲਯੁਗ ਦਾ ਸਮਾਂ ਹੈ। ਸਤ ਸੰਗਤ ਸੇਵਨ ਕਰਿਅੰਤ। ਜਿਹੜੀ ਸਤ ਸੰਗਤ ਜਿਹੜਾ ਸੇਵਦਾ ਹੈ ਨਾ, ਸਤ ਸੰਗਤ ਧਾਰਨ ਕਰਦਾ, ਉਹਨੂੰ ਪੁੱਠੇ ਲਮਕਣ ਦੇ ਤੇ ਆਦਿਕ ਜਲ ਧਾਰੇ ਕਰਨੇ, ਬੜੇ ਬੜੇ ਧੂਣੇ ਤਾਉਣੇ ਜਪ ਤਪ ਕਰਨ ਜਿੰਨਾ ਫਲ ਕੇਵਲ ਸਤ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ। ਕਿਉਂਕਿ ਕਲਯੁਗ ਦੇ ਵਿੱਚ ਜਿਹੜੀ ਵਾ ਸਤ ਸੰਗਤ ਪ੍ਰਧਾਨ ਹੈ। तीनों जुग तीनों दड़े कल केवल नाम आधार। सतयुग सत तेता जग्गी द्वापर पूजा चार। तीनों जुग तीनों दड़े कल केवल नाम आधार। ਇਹੋ ਜਿਹਾ ਗੁਰੂ ਘਰ ਦਾ ਆਸ਼ਾ ਸਿਧਾਂਤ ਹੈ। ਜਲ ਢੋਵਣ ਅਰ ਲਕਰੀ ਲਿਆਵਨ। ਤੇ ਇਸ ਕਰਕੇ ਬਾਬਾ ਜੀ ਵਿਚਾਰ ਕਰਦੇ ਆ ਗੁਰੂ ਅਮਰਦਾਸ ਮਹਾਰਾਜ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜਲ ਢੋਣਾ ਲਿਆ ਲਿਆ ਕੇ ਲੰਗਰਾਂ ਵਿੱਚ ਲੱਕੜਾਂ ਵੱਡ ਵੱਡ ਸੁੱਕੀਆਂ ਪਾਉਣੀਆਂ। ਕਰਨ ਬੀਜਨ ਪ੍ਰਭ ਸਿਮਰੰਤ। ਤੇ ਹੋਰ ਜਿਹੜਾ ਬੀਜਨੋਂ ਕਹੀਏ ਪੱਖਾ ਝਲਣਾ, ਪ੍ਰਭੂ ਗੁਰੂ ਅੰਗਦ ਪਾਤਸ਼ਾਹ ਦੀ ਸੇਵਾ ਕਰਨੀ, ਪਰਮੇਸ਼ਰ ਦਾ ਨਾਮ ਜਪਣਾ। ਚਰਨ ਪਖਾਰਨ ਅੰਨ ਪਕਾਵਨ। ਹੋਰ ਜਿਹੜੇ ਚਰਨ ਧੋਣੇ ਸਿੱਖਾਂ ਦੇ ਸਤਿਗੁਰਾਂ ਦੇ ਲੰਗਰ ਵਿੱਚ ਸੇਵਾ ਕਰਨੀ, ਅੰਨ ਪ੍ਰਸ਼ਾਦਾ ਰਿੰਨਣਾ ਪਕਾਉਣਾ। ਇਤਿਆਦਿਕ ਚੇਤਕ ਹੈ ਆਨ। ਇਸ ਤੋਂ ਬਾਅਦ ਜਿੰਨੀਆਂ ਵੀ ਹੋਰ ਸੇਵਾਵਾਂ ਹਨ। ਮਿਲ ਸਤ ਸੰਗ ਕਰਨ ਜੋ ਸੇਵਾ। ਤੇ ਸਤ ਸੰਗਤ ਨਾਲ ਮਿਲ ਕੇ ਰਹਿਣਾ ਤੇ ਜੋ ਵੀ ਯਥਾ ਯੋਗ ਹੈ ਸੇਵਾ ਕਰਨੀ। ਅਧਿਕ ਤਪਨ ਫਲ ਹੋਏ ਮਹਾਨ। ਬਾਬਾ ਜੀ ਹਿਰਦੇ ਵਿੱਚ ਵਿਚਾਰਦੇ ਆ ਇਹਨਾਂ ਸਾਰੀਆਂ ਸੇਵਾਵਾਂ ਦਾ ਸਤ ਸੰਗਤ ਕਰਨ ਦਾ ਫਲ ਇਉਂ ਹੈ ਜਿਵੇਂ ਭਾਰੀ ਤਪਾਂ ਦਾ ਫਲ ਹੁੰਦਾ ਹੈ। ਇਮ ਵਿਚਾਰ ਸ਼੍ਰੀ ਅਮਰ ਕਰਿਓ। ਇਸ ਤਰ੍ਹਾਂ ਦੀ ਵਿਚਾਰ ਬਾਬਾ ਅਮਰਦਾਸ ਜੀ ਆਪਣੇ ਹਿਰਦੇ ਵਿੱਚ ਕੀਤੀ ਹੈ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਸਕੀਏ। ਔਰ ਆਨੋ ਨੀਰ ਆਪਣੇ ਪਾਨ। ਤੇ ਇਸ ਪ੍ਰਕਾਰ ਫਿਰ ਜਿਹੜੀ ਵੈਸ ਇਹ ਕੀ ਪਿੱਛੇ ਤੋ ਇਸ ਪ੍ਰਕਾਰ ਜਿਹੜੀ ਹੈ ਉਹ ਸਾਨੂੰ ਜਿਹੜੀ ਵਾ ਸੇਵਾ ਕਰਨੀ ਚਾਹੀਦੀ ਹੈ। ਜਿੰਨੀ ਵੀ ਸੇਵਾ ਕਰ ਲਈਏ ਓਨੀ। ਇਮ ਵਿਚਾਰ ਸ਼੍ਰੀ ਅਮਰ ਕਰਿਓ ਔਰ ਹਿਰਦੇ ਵਿੱਚ ਇਉਂ ਇੱਥੇ ਵਿਸ਼ਰਾਮ ਲੱਗੇਗਾ। ਸ਼੍ਰੀ ਅਮਰਦਾਸ ਜੀ ਬਾਬਾ ਅਮਰਦਾਸ ਜੀ ਹਿਰਦੇ ਵਿੱਚ ਵਿਚਾਰ ਕਰਨਾ ਕੀਤਾ ਹੈ। ਨਿਤ ਸਤ ਸੰਗਤ ਦੇਵਨ ਠਾਨਾ। ਆਨੋ ਨੀਰ ਆਪਣੇ ਪਾਣ ਤੇ ਆਪਣੇ ਹੱਥ ਵਿੱਚ ਜਿਹੜਾ ਵੇ ਉਹ ਜਲ ਦਾ ਵਾਸਤੇ ਜਿਹੜਾ ਕੋਈ ਭਾਂਡਾ ਪਕੜਿਆ ਜਾਂ ਜਲ ਲੈ ਆਂਦਾ ਹੈ। ਨਿਤ ਸਤ ਸੰਗਤ ਦੇਵਨ ਠਾਨਾ। ਤੇਰੇ ਦੇ ਵਿੱਚ ਇਹ ਵਿਚਾਰ ਕੀਤੀ ਵੀ ਅਸੀਂ ਹੁਣ ਗੁਰੂ ਦਰਬਾਰ ਅੰਦਰ ਪਾਣੀ ਢੋਵਾਂਗੇ, ਅਸੀਂ ਪਾਣੀ ਢੋਣ ਦੀ ਸੇਵਾ ਕਰਾਂਗੇ। ਅਰ ਸਤਿਗੁਰ ਤਨ ਕਰਹਿ ਇਸ਼ਨਾਨ। ਤੇ ਉਹ ਜਲ ਲਿਆਵਾਂਗੇ ਜਿਸ ਨਾਲ ਧੰਨ ਗੁਰੂ ਅੰਗਦ ਪਾਤਸ਼ਾਹ ਜੀਆਂ ਨੂੰ ਇਸ਼ਨਾਨ ਕਰਵਾਵਾਂ ਕਰਾਂਗੇ। ਸੇਵਾ ਦਾ ਸੰਕਲਪ ਦੇ ਵਿੱਚ ਰੱਖਿਆ ਤੇ ਇਹ ਵਿਚਾਰ ਕੀਤੀ ਪੱਕੀ ਕਿ ਭਾਈ ਅਸੀਂ ਹੁਣ ਕੀ ਹੈ ਕਿ ਘੜੇ ਦੇ ਨਾਲ ਜਾਂ ਗਾਗਰ ਨਾਲ ਬਿਆਸ ਤੋਂ ਜਲ ਢੋਆ ਕਰਾਂਗੇ, ਜਿਹਦੇ ਨਾਲ ਸੰਗਤਾਂ ਲੰਗਰ ਛਕਣਗੀਆਂ, ਲੰਗਰ ਪੱਕਿਆ ਕਰੇਗਾ। ਵਿਸ਼ੇਸ਼ ਕਰਕੇ ਕਿ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਜੋ ਇਸ਼ਨਾਨ ਕਰਦੇ ਹਨ
ਉਹ ਜਲ ਅਸੀਂ ਲਿਆ ਕਰਕੇ ਦਿਆ ਕਰੀਏ। ਮਿਲ ਸਿੱਖਿਅਨ ਮਹਿ ਭਨਿਓ ਸਭਿਨ ਕੋ। ਇਉਂ ਬਾਬਾ ਅਮਰਦਾਸ ਜੀਆਂ ਵਿਚਾਰ ਕੀਤੀ ਤੇ ਸਾਰੇ ਸਿੱਖਾਂ ਨੂੰ ਇਹ ਬੇਨਤੀ ਕੀਤੀ ਹੈ। ਜਲ ਕੀ ਸੇਵਾ ਦੇਹੋ ਮੁਝ ਦਾਨ। ਬਾਬਾ ਜੀ ਕਹਿੰਦੇ ਭਾਈ ਸਿੱਖੋ, ਜਿਹੜੀ ਜਲ ਦੀ ਸੇਵਾ ਨਾ, ਜਲ ਢੋਣ ਦੀ, ਤੁਸੀਂ ਮੈਨੂੰ ਦਾਨ ਵਜੋਂ ਦੇ ਦਿਓ। ਇਸ ਨਿਮਾਣੇ ਨੂੰ ਜਲ ਦੀ ਸੇਵਾ ਤੁਸੀਂ ਬਖਸ਼ ਦੇਵੋ। ਆਏ ਸਲੇ ਕਰ ਕਲਸ ਉਚਾਇਆ। ਕਿਉਂਕਿ ਜਿਹੜੀ ਕੋ ਸੇਵਾ ਪਹਿਲਾਂ ਸਿੱਖ ਕਰਦੇ ਸੀ ਇਸ ਜਲ ਲਿਆਉਣ ਦੀ, ਉਹਨਾਂ ਤੋਂ ਇਹ ਸੇਵਾ ਮੰਗੀ ਬਾਬਾ ਅਮਰਦਾਸ ਜੀਆਂ। ਸਿੱਖਾਂ ਦੀ ਆਗਿਆ ਲੈ ਤੇ ਹੱਥ ਵਿੱਚ ਗਾਗਰ ਜਾਂ ਘੜਾ ਪਕੜ ਲਿਆ ਹੈ। ਸਿਰ ਧਰ ਲਿਆਵਤ ਹੈ ਤਿਸ ਥਾਨ। ਤੇ ਬਿਆਸ ਤੋਂ ਲਿਆਉਂਦੇ ਵੈ ਸਿਰ ਤੇ ਧਰ ਧਰ ਕੇ। ਹੁਣ ਵੇਖੋ ਖਡੂਰ ਸਾਹਿਬ ਖਾਲਸਾ ਜੀ ਕਿੱਥੇ ਹੈ ਤੇ ਬਿਆਸ ਦਰਿਆ ਵੇਖੋ ਕਿੱਥੇ ਹੈ। ਇਥੋਂ ਗੁਰੂ ਅੰਗਦ ਅਮਰ ਪਾਤਸ਼ਾਹ ਜੀ ਗਰੀਬ ਨਵਾਜ ਲੈ ਲੈ ਕੇ ਜਲ ਦੀ ਗਾਗਰ ਜਲ ਢੋਂਦੇ ਹਨ। ਦੇਤ ਰਸੋਈ ਮਹਿ ਰਹਿ ਜੇਤਕ। ਚਾਹੇ ਜੇਤਕ ਜਿੰਨਾ ਕੋ ਚਾਹੁੰਦਾ ਹੈ ਨਾ ਰਸੋਈ ਵਿੱਚ ਜਲ, ਲੰਗਰ ਵਿੱਚ ਜਿੰਨੀ ਵੀ ਜਲ ਚਾਹੀਦਾ ਹੁੰਦਾ, ਜੋ ਵੀ ਲੰਗਰ ਰਸਤਾਂ ਵਾਸਤੇ, ਉਹ ਸਾਰਾ ਜਲ ਬਾਬਾ ਅਮਰਦਾਸ ਜੀ ਆਪਣੇ ਸਿਰ ਤੇ ਢੋਂਦੇ ਆ। ਸਿੱਖਨ ਕੋ ਕਰਵਾਵਹਿ ਪਾਨ। ਤੇ ਸਿੱਖਾਂ ਸੰਗਤਾਂ ਨੂੰ ਜਲ ਛਕਾਉਂਦੇ ਵੇ ਬਿਆਸ ਦਰਿਆ ਦਾ ਠੰਡਾ ਜਲ ਲਿਆਣ ਕੇ। ਮਨ ਨੀਵਾ ਕਰ ਸਾਦਰ ਬੋਲਹਿ। ਤੇ ਜਦੋਂ ਵੀ ਕੋਈ ਜਲ ਮੰਗਦਾ ਤੇ ਮਨ ਨੀਵਾ ਕਰਕੇ ਸੇਵਾ ਕਰ ਰਹੇ ਬਾਬਾ ਅਮਰਦਾਸ ਜੀ ਬੜੇ ਸਤਿਕਾਰ ਦੇ ਨਾਲ ਸਿੱਖ ਤਾਈਂ ਬੋਲਦੇ ਆ। ਨਹਿ ਡੋਲੇ ਬੁੱਧ ਕੋ ਦ੍ਰਿੜ ਠਾਨ। ਬੁੱਧ ਦ੍ਰਿੜ ਕਰ ਲਈ ਵੈ ਤੇ ਡੋਲਦੇ ਨਹੀਂ ਆ। ਭਾਵ ਪੱਕਾ ਦ੍ਰਿੜ ਨਿਸ਼ਚਾ ਹੈ ਸੇਵਾ ਕਰਨ ਦਾ, ਕੋਈ ਨਾਗਾ ਨਹੀਂ, ਕੋਈ ਮਨ ਨਹੀਂ ਡੋਲਦਾ ਵੀ ਕਿੱਧਰ ਆਣ ਫਸ ਗਏ। ਐਸੀ ਜਿਹੜੀ ਵੈ ਸੇਵਾ ਬੜਾ ਮਨ ਨੀਵਾ ਕਰਕੇ ਕਰ ਰਹੇ ਆ। ਸ਼੍ਰੀ ਅੰਗਦ ਅਬ ਜਾਮ ਜਾਮਨੀ। ਤੇ ਜਿਹੜੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਸਤਿਗੁਰੂ ਹਨ, ਉਹ ਇੱਕ ਪਹਿਰ ਰਾਤ ਜਦ ਰਹਿੰਦੀ ਹੈ। ਜਗ ਹੈ ਮੱਝ ਹੈ ਥਿਤ ਤਿਸ ਕਾਲ। ਉਹ ਇਸ਼ਨਾਨ ਕਰਨ ਵਾਸਤੇ ਜਾਗ ਜਾਂਦੇ ਆ ਇਸ਼ਨਾਨ ਘਰ ਵਿੱਚ। ਆਤਬ ਤੇ ਆਗੇ ਹੀ ਉੱਠ ਕਰਕੇ। ਜਦੋਂ ਮਹਾਰਾਜ ਜੀ ਇਸ਼ਨਾਨ ਘਰ ਵਿੱਚ ਜਾਂਦੇ ਆ ਇਸ਼ਨਾਨ ਵਾਸਤੇ ਗੁਰੂ ਅੰਗਦ ਪਾਤਸ਼ਾਹ ਜੀ, ਤੇ ਬਾਬਾ ਅਮਰਦਾਸ ਜੀ ਜਿਹੜੇ ਵਾ ਉਹ ਪਹਿਰ ਰਾਤ ਰਹਿੰਦਿਆਂ ਤਾਂ ਗੁਰੂ ਅੰਗਦ ਪਾਤਸ਼ਾਹ ਜੀ ਜਾਗਦੇ ਆ, ਤੇ ਬਾਬਾ ਅਮਰਦਾਸ ਜੀ ਉਸ ਤੋਂ ਪਹਿਲਾਂ ਹੀ ਜਾਗੇ ਹੁੰਦੇ ਹਨ। ਜਲ ਅੰਨ ਹੈ ਭਰ ਕਲਸ ਵਿਸਾਲ। ਤੇ ਬੜਾ ਭਾਰੀ ਜਿਹੜਾ ਜਲ ਦਾ ਉਹ ਗਾਗਰ ਜਾਂ ਘੜਾ ਸਿਰ ਤੇ ਰੱਖ ਲਿਆਉਂਦੇ। ਹੁਣ ਵੇਖੋ ਖਾਲਸਾ ਜੀ ਵਿਰਾਜਮਾਨ ਕਦੋਂ ਹੁੰਦੇ ਹੋਣਗੇ। ਪਹਿਰ ਇੱਕ ਰਾਤ ਦਾ ਜਿਹੜਾ 3 ਵਜੇ ਦੇ ਕਰੀਬ ਬਣਦਾ ਹੈ ਅੰਮ੍ਰਿਤ ਵੇਲੇ। ਗੁਰੂ ਅੰਗਦ ਪਾਤਸ਼ਾਹ ਜੀ ਜਾਗਦੇ ਸੀ ਤੇ ਬਿਆਸ ਦਰਿਆ ਕਿੰਨੇ ਕੋਹ ਹੈ ਇੱਥੋਂ ਖਡੂਰ ਸਾਹਿਬ ਤੋਂ, ਦੇ ਗੁਰੂ ਅੰਗਦ ਪਾਤਸ਼ਾਹ ਜੀ ਜਾਗਣ ਤੀਕਰ ਘੜਾ ਜਲ ਦਾ ਉੱਥੋਂ ਲੈ ਆਉਂਦੇ ਸੀ ਬਾਬਾ ਅਮਰਦਾਸ ਜੀ ਮਹਾਰਾਜ। ਅਧਿਕ ਪ੍ਰੀਤ ਕਰ ਸੇਵਾ ਠਨ ਹੈ। ਬੜੇ ਪ੍ਰੇਮ ਸਹਿਤ ਜਿਹੜੀ ਵੈ ਸੇਵਾ ਕਰ ਰਹੇ ਹਨ। ਨਹਿ ਅਕਲਾਵ ਹੈ ਬਲ ਹੈ ਸੰਭਾਲ। ਚਾਹੇ ਸਰੀਰ ਬੁੱਢਾ ਹੈ ਪਰ ਬਲ ਜਾ ਸੰਭਾਲ ਕੇ ਕਦੇ ਅੱਕਦੇ ਥੱਕਦੇ ਨਹੀਂ। ਪ੍ਰਥਮ ਇਸ਼ਨਾਨ ਹੈ ਵਸਤਰ ਪਖਾਲ ਹੈ। ਪਹਿਲਾਂ ਮਹਾਰਾਜ ਨੂੰ ਇਸ਼ਨਾਨ ਕਰਵਾਉਂਦੇ ਆ ਤੇ ਬੌੜੋ ਫਿਰ ਸਤਿਗੁਰਾਂ ਦੇ ਸਾਰੇ ਵਸਤਰ ਧੋਂਦੇ ਆ। ਪੁਨਹ ਸ਼ੁਸ਼ਕ ਕਰ ਬੇਹਤ ਡਾਲ। ਤੇ ਫਿਰ ਉਹਨਾਂ ਨੂੰ ਸੁਕਾਉਣ ਵਾਸਤੇ ਬਾਹਰ ਧੁੱਪੇ ਪਾ ਦਿੰਦੇ ਦਿਨ ਚੜ੍ਹੇ ਤੇ। ਪੁਨ ਇਕਾਂਤ ਹੋਏ ਸਭ ਤੇ ਬੈਠਾ ਹੈ। ਫਿਰ ਕੀ ਆ ਬਾਬਾ ਅਮਰਦਾਸ ਜੀ ਇਕੱਲੇ ਹੋ ਜਾਂਦੇ, ਕਿਸੇ ਦੇ ਨਾਲ ਨਹੀਂ, ਇਕੱਲੇ ਹੋ ਜਾ ਬਾਹਰ ਬੈਠਦੇ ਹਨ। ਕਹੈ ਨਾ ਸੁਨਹਿ ਬਚਨ ਕਿਸ ਨਾਲ। ਕਿਸੇ ਦੇ ਨਾਲ ਵੀ ਨਾ ਕੁਝ ਬੋਲਦੇ ਹਨ, ਨਾ ਬਚਨ ਕਰਦੇ ਆ ਤੇ ਨਾ ਕਿਸੇ ਦੀ ਮਾੜੀ ਚੰਗੀ ਸੁਣਦੇ ਹਨ। ਸਤਿਗੁਰ ਮੂਰਤ ਹਿਰਦੇ ਸੰਭਾਲ ਹੈ। ਬਸ ਹਿਰਦੇ ਦੇ ਵਿੱਚ ਕੇਵਲ ਤੇ ਕੇਵਲ ਇੱਕ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਮੂਰਤ ਜਿਹੜੀ ਵਾ ਸੰਭਾਲੀ ਹੋਈ ਹੈ। ਅਪਰ ਮਨੋਰਥ ਸਭ ਕੋ ਟਾਲ। ਹੋਰ ਜਿੰਨੇ ਮਨ ਦੇ ਸੰਕਲਪ ਫੁਰਨੇ ਸਾਰੇ ਹੀ ਬਾਬਾ ਅਮਰਦਾਸ ਜੀਆਂ ਟਾਲ ਦਿੱਤੇ, ਸਭ ਫੁਰਨੇ ਛੱਡ ਦਿੱਤੇ ਹਨ। ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ। ਆਪਦੇ ਪਰਿਵਾਰ ਦਾ, ਘਰ ਦਾ, ਕੁਲ ਦਾ, ਕੀ ਖਾਨਦਾਨ ਦਾ, ਪਰਿਵਾਰ ਦਾ ਕੀ ਹਾਲ ਹੋਵੇਗਾ। ਨਹੀਂ ਜਾਏ ਪੁਨ ਕੀਨ ਸੰਭਾਲ। ਬਾਬਾ ਅਮਰਦਾਸ ਜੀ ਮੁੜ ਕੇ ਘਰ ਨਾ ਗਏ ਕਦੇ। ਪਰਿਵਾਰ ਕਿਵੇਂ ਹੋਵੇਗਾ, ਕਿੰਨਾ ਹਾਲਤਾਂ ਵਿੱਚ ਹੋਵੇਗਾ, ਕਦੇ ਨਹੀਂ ਮਨ ਵਿੱਚ ਫੁਰਨਾ ਕੀਤਾ। ਬਸ ਇੱਥੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਹੀ ਹੋ ਕੇ ਰਹਿ ਗਏ ਹਨ। ਨਰ ਉਪਹਾਸ ਕਰਨ ਸਭ ਲਾਗੇ। ਜਿਹੜੇ ਮੂਰਖ ਜੇ ਲੋਕ ਹੁੰਦੇ ਆ ਗੁਰੂ ਘਰਾਂ ਵਿੱਚ ਵੀ, ਉਹ ਫਿਰ ਬਾਬਾ ਅਮਰਦਾਸ ਜੀਆਂ ਨੂੰ ਮਜ਼ਾਕ ਉਡਾਉਂਦੇ ਆ ਸ਼੍ਰੀ ਅਮਰਦਾਸ ਜੀਆਂ ਦਾ। ਬ੍ਰਿਧ ਹੋਏ ਕਿਆ ਕੀਨੀ ਢਾਲ। ਕਹਿੰਦੇ ਆ ਬੁੱਢਾ ਹੋ ਕਰਕੇ ਉਮਰ ਵੱਧ ਗਈ ਆ ਤੇ ਬਜ਼ੁਰਗ ਹੋ ਗਿਆ, ਕੀ ਘੜਾ ਚੁੱਕ ਕੇ ਤੜਕੇ ਹੀ ਤੁਰ ਪੈਂਦਾ ਵਾ।
ਇਹੋ ਜਿਹੇ ਜਿਹੜੇ ਮਖੌਲ ਬਾਬਾ ਅਮਰਦਾਸ ਜੀਆਂ ਨੂੰ ਮੂਰਖ ਲੋਕ ਉਡਾਉਂਦੇ ਆ, ਤੋ ਐਸੀਆਂ ਜਿਹੜੀਆਂ ਹੁਜਤਾਂ ਕਰਦੇ ਹਨ। ਸੰਮਤ ਗਇਓ ਬੀਤ ਜਬ ਇਸ ਵਿਧ, ਤੋ ਇਧਰ ਜਦੋਂ ਸਾਲ ਫਿਰ ਗਾਗਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ, ਸਾਲ ਜਦੋਂ ਬਤੀਤ ਹੋਇਆ ਹੈ, ਜੀਰਣ ਵਸਤਰ ਧਰੇ ਤਨ ਮਾਹੇ, ਜਿਹੜੇ ਕੱਪੜੇ ਸੀ ਉਹ ਸਾਰੇ ਹੀ ਪਾਟ ਗਏ। ਸਤਿਗੁਰੂ ਅਮਰਦਾਸ ਮਹਾਰਾਜ ਦੇ ਸਰੀਰ ਤੇ ਜਿਹੜੇ ਪੁਰਾਣੇ ਵਸਤਰ ਪਹਿਰੇ ਹੋਏ ਹਨ। ਸ਼੍ਰੀ ਅੰਗਦ ਸੇਵਾ ਕੇ ਤਤਪਰ, ਪਰ ਜਿਹੜੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸੇਵਾ ਹੈ ਨਾ, ਉਹਦੇ ਵਿੱਚ ਬੜੇ ਤਤਪਰ ਤਿਆਰ ਬਰ ਤਿਆਰ ਰਹਿੰਦੇ ਹਨ। ਅਪਰ ਮਨੋਰਥ ਹੋਏ ਨਾ ਕਾਹੇ, ਹੋਰ ਹਿਰਦੇ ਵਿੱਚ ਕੋਈ ਵੀ ਮਨੋਰਥ ਨਹੀਂ ਰੱਖਦੇ ਹਨ, ਸਭ ਫੁਰਨੇ ਸੰਕਲਪ ਛੱਡ ਦਿੱਤੇ, ਕੇਵਲ ਤੇ ਕੇਵਲ ਸੇਵਾ ਦਾ ਹੀ ਸੰਕਲਪ ਹਿਰਦੇ ਵਿੱਚ ਹੈ। ਖਾਨ ਪਾਨ ਨਿਰਬਾਹ ਦੇਹ ਹਿਤ, ਤੇ ਜਿਹੜਾ ਖਾਣਾ ਪੀਣਾ ਵੈ ਨਾ, ਉਹ ਵੀ ਬਾਬਾ ਅਮਰਦੇਵ ਜੀ ਕਿੰਨਾ ਕੁ ਕਰਦੇ ਵੈ, ਜਿਹਦੇ ਨਾਲ ਕੇਵਲ ਦੇਹ ਚੱਲਦੀ ਰਹੇ। ਜਿਹੜੇ ਵੈ ਜਿਉਣ ਵਾਸਤੇ ਖਾਂਦੇ, ਖਾਣ ਵਾਸਤੇ ਨਹੀਂ ਜਿਉਂਦੇ, ਉਹਨਾਂ ਕੀ ਛਕਦੇ ਵੈ ਲੰਗਰ ਚੋਂ ਪ੍ਰਸ਼ਾਦਾ, ਜਿਹਦੇ ਨਾਲ ਸਰੀਰ ਬਸ ਚੱਲਦਾ ਫਿਰਦਾ ਰਹੇ, ਪੇਟ ਭਰ ਕੇ ਨਹੀਂ ਛਕਦੇ। ਸ਼ੁਧਾ ਪਿਪਾਸਾ ਬਹ ਬਿਰਦਾਹੇ, ਫਿਰ ਕਦੋਂ ਛਕਦੇ ਆ? ਜਦੋਂ ਬਹੁਤ ਭੁੱਖ ਲੱਗਦੀ ਉਦੋਂ ਲੰਗਰ ਛਕਦੇ ਆ, ਜਦੋਂ ਬਹੁਤ ਪਿਆਸ ਲੱਗਦੀ ਉਦੋਂ ਜਲ ਛਕਦੇ ਹਨ। ਤਬ ਕੁਛ ਕਰਹਿ ਪਹਿਰਬੇ ਪਟਕੀ, ਤੇ ਫਿਰ ਜਿਹੜੇ ਵੈ ਆ ਪਹਿਰਨ ਵਾਲੇ ਕੱਪੜੇ ਆਦਿਕ ਹਨ, ਸੁਧ ਬੁੱਧ ਕੌਣ ਕਰਹਿ ਹੋਏ ਨਾਹੇ, ਤੇ ਕੋਈ ਵੀ ਸੁੱਧ ਬੁੱਧ ਨਹੀਂ। ਕੱਪੜੇ ਕਿਹੋ ਜੇ ਪਾਏ ਵੈ, ਮੈਲੇ ਕਚੈਲੇ, ਹੁਣ ਮੇਰੇ ਕੱਪੜੇ ਬਸਤਰ ਪਾਟ ਗਏ ਵੈ, ਇਹੋ ਜੀ ਕੋਈ ਵੀ ਮਨ ਵਿੱਚ ਜਿਹੜੀ ਵਿਛਾ ਨਹੀਂ ਵੀ ਸਾਨੂੰ ਸੋਹਣੇ ਚੰਗੇ ਬਸਤਰ ਮਿਲਣ, ਜਿਹੋ ਜੇ ਪਾਏ ਬਸ ਉਹੋ ਜੀ। ਕੱਪੜੇ ਲੀੜੇ ਦੀ ਵੀ ਕੋਈ ਸੁੱਧ ਬੁੱਧ ਨਹੀਂ ਹੈ। ਇੱਕ ਬਰਖ ਬੀਤਿਓ ਪਿਖ ਸਤਗੁਰ, ਇੱਕ ਸਾਲ ਜਦ ਬੀਤ ਗਿਆ ਨਾ ਬਾਬਾ ਅਮਰਦਾਸ ਜੀਆਂ ਨੂੰ ਸੇਵਾ ਕਰਦੇ ਹੋਏ, ਇਧਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਇਹ ਬਜ਼ੁਰਗ ਨੂੰ ਸੇਵਾ ਕਰਦੇ ਨੂੰ ਭਾਈ ਸਾਲ ਹੁਣ ਬਤੀਤ ਹੋ ਚੁੱਕਾ ਹੈ। ਗਜ ਡੇਢਕ ਤਬ ਦੀਨ ਰੁਮਾਲ, ਤੇ ਵਸਤਰ ਪਾਟ ਗਏ ਹੋਏ ਐ ਬਾਬਾ ਅਮਰਦਾਸ ਜੀਆਂ ਦੇ। 1.5 ਕੁ ਗਜ ਦਾ ਨਾ ਮਹਾਰਾਜ ਨੇ ਸਰੋਪ ਆਓ ਫਿਰ ਜਿਹੜਾ ਹੈ ਉਹ ਦਿੱਤਾ ਹੈ ਬਾਬਾ ਅਮਰਦਾਸ ਨੂੰ। ਸੋ ਲੈ ਕਰ ਨਿਜ ਸੀਸ ਚੜਾਇਓ, ਤੇ ਬਾਬਾ ਜੀ ਉਹ ਜਿਹੜਾ ਸਰੋਪ ਆਓ ਲੈ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਆਪਦੇ ਸੀਸ ਤੇ ਬੰਨ ਲਿਆ ਹੈ। ਦ੍ਰਿੜ ਕਰ ਬਾਂਧਿਓ ਰਸਚੀ ਨਾਲ, ਰੱਸੀ ਦੇ ਨਾਲ ਕਹਿੰਦੇ ਦ੍ਰਿੜ ਕਰਕੇ ਪੱਕਾ ਬੰਨ ਲਿਆ ਹੈ। ਬਾਹਰ ਉਤਾਰਨ ਕੋ ਨਹਿ ਕੀਨਸ, ਤੇ ਫੇਰ ਕਦੇ ਸੀਸ ਤੋਂ ਮਹਾਰਾਜ ਦਾ ਦਿੱਤਾ ਸਰੋਪਾਉ ਨਹੀਂ ਉਤਾਰਿਆ। ਸਰੋਪਾਉ ਦੀ ਮਰਿਆਦਾ ਹੈ, ਖਾਲਸਾ ਜੀ ਇੱਥੇ ਸਰੋਪਾਉ ਦਿੰਦੇ ਹੋ ਕਮਰ ਕੱਸਾ ਕਰੀ ਫਿਰਦੇ ਆ। ਦਾਸ ਦੇ ਵਿਦਿਆ ਦਾ ਤੇ ਆਖਿਆ ਕਰਦੇ ਸੀ ਕਿ ਕਦੇ ਵੀ ਸਰੋਪਾਉ ਦਾ ਕਮਰ ਕੱਸਾ ਨਹੀਂ ਕਰਨਾ। ਜੇ ਕਿਸੇ ਗੁਰੂ ਘਰ ਵੱਲੋਂ ਬਖਸ਼ਿਸ਼ ਮਿਲਦੀ ਉਹਨੂੰ ਸੀਸ ਤੇ ਸਜਾਓ, ਜੇ ਗਲ ਵਿੱਚ ਨਹੀਂ ਕਿਸੇ ਸਮੇਂ ਰੱਖਿਆ ਜਾਂਦਾ, ਕਾਰਜ ਦੇ ਕੰਮ ਕਾਰਨ ਜਾਂ ਸੇਵਾ ਕਰਨੀ ਹੈ, ਸਰੋਪਾਉ ਸੀਸ ਤੇ ਸਜਾਈਦਾ, ਉਹਦਾ ਕਦੇ ਕਮਰ ਕੱਸਾ ਨਹੀਂ ਕਰਨਾ। ਤੋ ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਦਰੋਂ ਕਰੋਂ ਜਿਹੜੇ ਵੈ ਸਰੋਪਾਉ ਦੀ ਬਖਸ਼ਿਸ਼ ਜਦ ਹੋਈ ਤੇ ਬਾਬਾ ਅਮਰਦਾਸ ਜੀ ਸੀਸ ਤੇ ਐਨ ਚੰਗੀ ਤਰ੍ਹਾਂ ਬੰਨ ਲਿਆ, ਫੇਰ ਨਾ ਉਤਾਰਿਆ ਕਦੇ। ਲੱਖ ਕਰ ਗੁਰੂ ਪ੍ਰਸਾਦ ਵਿਸ਼ਾਲ, ਕਿਉਂਕਿ ਜਾਣਿਆ ਵੀ ਇਹ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਦਰੋਂ ਕਰੋ ਸਾਨੂੰ ਬਖਸ਼ਿਸ਼ ਪ੍ਰਾਪਤ ਹੋਈ ਹੈ। ਸੇਵਾ ਕਰਹਿ ਤੁਸੀਂ ਵਿਧ ਨਿਸ ਦਿਨ, ਤੇ ਦਿਨ ਰਾਤ ਹੀ ਉਸੇ ਤਰ੍ਹਾਂ ਹੀ ਫਿਰ ਸੇਵਾ ਵਿੱਚ ਜੁਟ ਗਏ ਹਨ। ਜਲ ਅੰਨ ਹੈ ਚਾਹੀਏ ਹੈ ਜਿਸ ਕਾਲ, ਜਦੋਂ ਵੀ ਕੋਈ ਕਹਿੰਦਾ ਨਾ ਜੀ ਬਾਬਾ ਜੀ ਜਲ ਥੋੜਾ ਰਹਿ ਗਿਆ ਲੰਗਰ ਵਿੱਚ, ਉਸੇ ਵੇਲੇ ਗਾਗਰ ਚੁੱਕਦੇ, ਦਿਨ ਹੋਵੇ ਰਾਤ ਹੋਵੇ ਚੱਲ ਜਾਂਦੇ ਹਨ ਬਿਆਸ ਵੱਲ ਨੂੰ। ਬਰਖ 72 ਭਈ ਆਰਬਲ, ਤੇ ਉਮਰ 72 ਵਰੇ ਹੋ ਗਈ ਸੀ ਉਦੋਂ, 71 ਸਾਲ ਉਮਰ ਸੀ ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਦੇ ਹਜੂਰ ਆਏ ਵੈ। 30 1 ਅਰ 5 ਸਿੱਧ 35 ਨਾ ਖੀਣੋ, ਭੱਟਾਂ ਨੇ ਆਖਿਆ ਹੈ ਗੁਰਬਾਣੀ ਅੰਦਰ। 30 1 31, 30 1 ਅਰ 5 ਸਿੱਧ 36, 35 ਨਾ ਖੀਣੋ ਤੇ 35 ਉੱਪਰ 71 ਵਰੇ ਉਮਰ ਸੀਗੀ ਬਾਬਾ ਅਮਰਦਾਸ ਜੀ ਮਹਾਰਾਜ ਜੀਆਂ ਦੀ ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਹਜੂਰ ਆਏ ਵੇ। ਤੇ 1 ਵਰਾ ਹੁਣ ਸੇਵਾ ਕਰਦਿਆਂ ਹੋ ਗਿਆ।
ਕਵੀ ਜੀ ਹੁਣ ਇੱਥੇ 72 ਵਰੇ ਲਿਖੀ ਆ, ਕਹਿੰਦੇ 72 ਵਰੇ ਬਾਬਾ ਅਮਰਦਾਸ ਜੀਆਂ ਦੀ ਉਮਰ ਹੋ ਚੁੱਕੀ ਹੈ। ਤਬ ਆਏ ਸਤਿਗੁਰ ਕੇ ਪਾਸ, ਤੇ ਜਦੋਂ ਸਤਿਗੁਰਾਂ ਦੇ ਪਾਸ ਆਏ 71 ਵਰੇ ਸੀ, ਸਾਲ ਸੇਵਾ ਕਰਦਿਆਂ ਨੂੰ ਬਤੀਤ ਹੋ ਗਿਆ ਹੈ। ਨਿਬਲ ਸਰੀਰ ਜਰਜਰੀ ਭੂਤ, ਜਿਹੜਾ ਸਰੀਰ ਹੈ ਉਹ ਜਰਜਰੀ ਭੂਤ ਹੋ ਗਿਆ ਹੈ, ਭਾਵ ਜਰਜਰਾਨ ਬੁਢਾਪੇ ਨਾਲ ਗਰਸਿਆ ਹੋਇਆ ਹੈ। ਸੋ ਤਉ ਸੇਵਕੋ ਤਰਹਿ ਹੁਲਾਸ, 72 ਵਰਿਆਂ ਦੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਉਹ ਬੜੀ ਉਤਸ਼ਾਹ ਦੇ ਨਾਲ ਗੁਰੂ ਦੇ ਦਰ ਘਰ ਦੀ ਸੇਵਾ ਕਰ ਰਹੇ ਹਨ। ਆਲਸ ਤਿਆਗ ਕਰਤ ਉਦਯੋਗ ਤੇ ਹੈ, ਉਦਮ ਕਰਦੇ ਬੜਾ ਭਾਰੀ ਆਲਸ ਤਿਆਗ ਕਰਕੇ। ਕਲਸ਼ ਉਠਾਏ ਲਿਆਏ ਜਲ ਰਾਸ, ਬਿਆਸ ਦਰਿਆ ਤੋਂ ਬੜਾ ਭਾਰੀ ਜਲ ਲੈ ਲੈ ਕੇ ਘੜੇ ਤੇ ਗਾਗਰ ਲਿਜਾ ਲਿਜਾ ਕੇ ਪਾਣੀ ਢੋਂਦੇ ਹਨ। ਨਿਜ ਤਨ ਕੀ ਅਰ ਘਰ ਕੁਟੰਬ ਕੀ, ਆਪਦਾ ਸਰੀਰ ਮੇਰਾ ਕਿਹੋ ਜਿਹਾ ਹੈ, ਠੀਕ ਕਿ ਨਹੀਂ ਹੈ, ਬੁੱਢਾ ਹੋ ਗਿਆ ਸਰੀਰ, ਜਾਂ ਮੇਰੇ ਘਰ ਬੱਚੇ ਬਾਲ ਕਿਵੇਂ ਹੋਣਗੇ, ਮੇਰੇ ਪਰਿਵਾਰ ਦਾ ਕੀ ਹਾਲ ਹੈ। ਸੁਧ ਭੂਲੀ ਕਰ ਗੁਰ ਨਿਰਜਾਸ, ਉਹ ਸੁਰਤੀ ਭੁੱਲੀ ਹੋਈ ਹੈ ਬਾਬਾ ਅਮਰਦਾਸ ਜੀਆਂ ਨੂੰ ਕੇਵਲ ਤੇ ਕੇਵਲ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਹੀ ਖਿਆਲ ਹੈ, ਹੋਰ ਸਾਰੇ ਪਾਸਿਓਂ ਸੁਰਤ ਭੁੱਲ ਗਈ ਹੈ। ਤਨ ਘਰ ਕਰਹਿ ਕਰ ਸਭ ਸੇਵਾ, ਸਰੀਰ ਕਰਕੇ ਬਹੁਤ ਭਾਰੀ ਸੇਵਾ ਬਾਬਾ ਅਮਰਦਾਸ ਜੀ ਕਰ ਰਹੇ ਹਨ। ਮਨ ਕਰ ਗੁਰ ਕੋ ਸਦਾ ਸੰਭਾਲ, ਸਰੀਰ ਕਰਕੇ ਸੇਵਾ ਕਰਦੇ, ਮਨ ਕਰਕੇ ਨਹੀਂ। ਜੇ ਜਲ ਢੋਂਦੇ ਤੇ ਕੇਵਲ ਸਰੀਰ ਨਾਲ ਹੀ ਜਾਂਦੇ ਹੋਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿੰਨੀ ਵੀ ਬਾਣੀ ਕੁਝ ਪੜ੍ਹ ਸਕਦੇ ਵਾ। 84 ਪਾਠ ਜਿਹੜੇ ਵਾ ਨਾ ਜਪਜੀ ਸਾਹਿਬ ਦੇ ਇੱਕ ਦਿਨ ਵਿੱਚ ਕਰਿਆ ਕਰਦੇ ਸੀ ਬਾਬਾ ਅਮਰਦਾਸ ਜੀ, ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਰਹੇ। ਤੋ ਨਾਲ ਨਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਨਾਲ ਸੇਵਾ ਕਰਦੇ ਆ ਤੋ ਨਾਲ ਵਾਹਿਗੁਰੂ 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 ਜਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ, ਸੇਵਾ ਕਰਨ ਲੱਗਿਆਂ ਬੋਲਦੇ ਨਹੀਂ। ਇੱਥੇ ਤਾਂ ਵੇਖੀਦਾ ਉਹ ਸੇਵਾ ਤਾਂ ਕਰਦੇ ਆ, ਪਰ ਚੀਕਾਂ ਐ ਮਾਰਦੇ ਉਹ ਦਰਬਾਰ ਵਿੱਚ ਹੂ ਬਹੂ ਆਵਾਜ਼ ਸੁਣਦੀ ਹੈ। ਤੋ ਸਾਧ ਸੰਗਤ ਜੀ, ਸੇਵਾ ਹੈ ਇੱਕ ਖੰਭ ਹੈ, ਸਿਮਰਨ ਜਿਹੜਾ ਉਹ ਦੂਸਰਾ ਖੰਭ ਹੈ। ਇੱਕ ਖੰਭ ਦੇ ਨਾਲ ਕੋਈ ਵੀ ਪੰਛੀ ਉੱਡ ਨਹੀਂ ਸਕਦਾ। ਸੇਵਾ ਵੀ ਜ਼ਰੂਰੀ ਹੈ, ਜੇ ਸੇਵਾ ਹੈ ਸਿਮਰਨ ਨਹੀਂ, ਫਿਰ ਵੀ ਖਾਲਸਾ ਜੀ ਜਿਹੜੀ ਵਾ ਮੁਕਤੀ ਦੀ ਉਡਾਨ ਭਰਨੀ ਦੁਸਤਰ ਹੈ। ਜੇਕਰ ਸਿਮਰਨ ਹੈ ਕੇਵਲ ਬਾਣੀ ਹੈ, ਜੇ ਸੇਵਾ ਨਹੀਂ ਫਿਰ ਵੀ ਖਾਲਸਾ ਜੀ ਮੁਕਤੀ ਦੀ ਉਡਾਨ ਭਰਨੀ ਇਸ ਜੀਵ ਰੂਪ ਪੰਛੀ ਵਾਸਤੇ ਦੁਸਤਰ ਹੈ। ਇੱਕ ਖੰਭ ਦੇ ਨਾਲ ਕਦੇ ਉੱਡਿਆ ਨਹੀਂ ਜਾਂਦਾ। ਸੇਵਾ ਤੇ ਸਿਮਰਨ ਦੋ ਖੰਭ ਹਨ ਸਿੱਖ ਦੇ। ਔਰ ਜੇ ਹਾਥੀ ਸੇਵਾ ਕਰਦਾ ਉਥੇ ਜੇ ਖਾਲਸਾ ਜੀ ਉੱਚੀ ਉੱਚੀ ਬੋਲਣਾ, ਗੁਰੂ ਘਰ ਦੀ ਮਰਿਆਦਾ ਨੂੰ ਛਿੱਕੇ ਤੇ ਟੰਗਣਾ, ਇਹੋ ਜਿਹੇ ਬਚਨ ਫਿਰ ਕਰਨੇ ਜਿਹਦੇ ਨਾਲ ਕਿਸੇ ਦਾ ਹਿਰਦਾ ਛੰਨਣੀ ਹੋਵੇ, ਕਿਸੇ ਦੀ ਨਿੰਦਾ ਕਰਨੀ, ਚੁਗਲੀ ਕਰਨੀ, ਕਿਸੇ ਦਾ ਹਿਰਦਾ ਦਿਖਾਉਣਾ। ਉਹ ਜਿੰਨੀ ਕੁ ਸੇਵਾ ਮਨ ਨੂੰ ਇੱਕ ਪੈਰ ਅੱਗੇ ਤੇ 20 ਕਦਮ ਪਿੱਛੇ, ਇਹੋ ਜਿਹੀ ਹਾਲਤ। ਤਾਂ ਹੀ ਸੇਵਾ ਤਾਂ ਅੱਜ ਕਰਦੇ ਹਾਂ, ਪਰ ਉਹਦਾ ਖਾਲਸਾ ਜੀ ਉਹਨਾਂ ਫਲ ਨਹੀਂ ਮਿਲਦਾ ਹੈ। ਉਹਦਾ ਕਾਰਨ ਇਹੀ ਹੈ ਕਿ ਇੰਦੋ ਕੀਤੋ ਮੂੰਹ ਕਣਾ ਭੋਰੀ ਦਿੱਤੀ ਮਪਾਹੇ। ਲੱਕੜਾਂ ਹੋਣ ਮਣਾ ਮੂਹੀ ਢੇਰ ਲੱਗਿਆ ਤੇ ਡੱਬੀ ਦੀ ਸੀਖ ਇੱਕ ਹੀ ਬਹੁਤ ਹੈ, ਸਾਰੀਆਂ ਲੱਕੜਾਂ ਜਲਾ ਕੇ ਸੁਆਹ ਬਣਾ ਦਿੰਦੀ ਹੈ। ਇਸੇ ਤਰ੍ਹਾਂ ਕੀਤੀ ਹੋਈ ਬੇਅੰਤ 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 ਸੇਵਾ ਖਾਲਸਾ ਜੀ ਕੁਝ ਔਗਣਾ ਕਰਕੇ ਉਹ ਸਾਰੀ ਨਾਲ ਹੀ ਨਾਸ਼ ਹੋਣ ਲੱਗ ਪੈਂਦੀ ਹੈ। ਇਸ ਕਰਕੇ ਇੱਥੋਂ ਸਿੱਖਿਆ ਮਿਲਦੀ ਹੈ। ਗੁਰੂ ਅਮਰਦੇਵ ਜੀ ਮਹਾਰਾਜ ਜਦੋਂ ਗਾਗਰ ਢੋਂਦੇ ਹਨ, ਬੋਲਦੇ ਕਿਸੇ ਨਾਲ ਨਹੀਂ, ਹੱਥੀਂ ਸੇਵਾ ਕਰਦੇ ਸਰੀਰ ਕਰਕੇ ਤੇ ਮਨ ਕਰਕੇ ਖਿਆਲਾਂ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਹਨ। ਕੇਤਿਕ ਨਰ ਜਬ ਮਿਲਹਿ ਆਣ ਕਰ, ਤੇ ਕੁਝ ਕੁ ਫਿਰ ਜਦੋਂ ਜਿਹੜੇ ਵਾ ਉਹ ਮਨੁੱਖ ਇੱਥੋਂ ਦੇ ਮਿਲਦੇ ਆ ਆਣ ਕਰਕੇ, ਬੂਝਹਿ ਸਦਨ ਆਪਣੇ ਚਾਲ, ਜਾਂ ਜਦੋਂ ਬਾਸਰ ਕੇ ਇਲਾਕੇ ਦੀਆਂ ਸੰਗਤਾਂ ਕਰਕੇ ਜਦੋਂ ਹੀ ਪੁੱਛਦੀਆਂ ਹਨ, ਗੁਰੂ ਅਮਰਦਾਸ ਮਹਾਰਾਜ ਨੂੰ ਆ ਕਰਕੇ ਕਹਿੰਦੇ ਹਨ, ਨਿਜ ਪੁੱਛਦੇ ਆ ਨਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ, ਗੁਰੂ ਅਮਰਦੇਵ ਮਹਾਰਾਜ ਜੀਆਂ ਨੂੰ ਕਿ ਘਰ ਨਹੀਂ ਜਾਣਾ, ਤੁਹਾਡੇ ਪਰਿਵਾਰ ਦੀ ਜਿਹੜੀ ਉਹ ਕੋਈ ਸੁੱਧ ਖਬਰ ਤੁਸੀਂ ਲੈ ਲਓ। ਇਹੋ ਜਿਹੀ ਗੱਲ ਜਦੋਂ ਪੁੱਛਦੇ ਹਨ,
ਨਾ ਚਾਹੁੰਦਾ ਹੈ। ਕਿਆ ਇਤ ਬੈਠ ਰਹਿਓ ਕਿਆ ਲੇਵ ਹੈ। ਇੱਥੇ ਬਹਿ ਕਰਕੇ ਤੁਹਾਨੂੰ ਕੀ ਪ੍ਰਾਪਤ ਹੋਵੇਗਾ? ਕੱਖ ਨਹੀਂ ਮਿਲਣਾ ਹੈ। ਸਭ ਵਿਦ ਸੰਕਟ ਸਹਿ ਕਰਾਲ। ਐਵੇਂ ਇੱਥੇ ਹਰੇਕ ਪਾਸਿਓਂ ਭਾਰੀ ਸੰਕਟ ਸਹਿ ਰਹੇ ਹੋ ਕਿ ਸਿਰ ਤੇ ਗਾਗਰ ਚੁੱਕ ਚੁੱਕ ਕੇ ਪਾਣੀ ਢੋਂਦੇ ਹੋ। ਤਿਨ ਸੋ ਕਹਿ ਨਾ ਹਮਾਰਾ ਕੋਈ। ਤੇ ਇਧਰ ਬਾਬਾ ਅਮਰਦਾਸ ਜੀ ਬੋਲਦੇ, ਕਹਿੰਦੇ ਸਾਨੂੰ ਭਾਈ ਉਹਨਾਂ ਨਾਲ ਕੀ ਲੱਗੇ, ਪਰਿਵਾਰ ਜਿਹੜਾ ਵੇ ਆਪਦੀ ਥਾਵੇਂ ਹੈ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਤੋਂ ਬਿਨਾ ਹਮ ਕਿਸ ਹੋ ਕੇ ਨਹਿ ਕਿਸ ਕਾਲ। ਅਸੀਂ ਕਿਸੇ ਦੇ ਨਹੀਂ, ਕੋਈ ਸਾਡਾ ਨਹੀਂ, ਕੇਵਲ ਤੇ ਕੇਵਲ ਗੁਰੂ ਅੰਗਦ ਪਾਤਸ਼ਾਹ ਹਨ ਸਾਡੇ, ਤੇ ਅਸੀਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਹਾਂ। ਜਿਮ ਪ੍ਰਵਾਹ ਮੈਂ ਤ੍ਰਿਣ ਮਿਲ ਜਾਵਹਿ। ਕਹਿੰਦੇ ਆ ਬਾਬਾ ਅਮਰਦਾਸ ਜੀ ਕਿ ਜਿਵੇਂ ਕੋਈ ਪ੍ਰਵਾਹ ਹਨੇਰ ਚੱਲਦਾ ਤੇ ਹਨੇਰੀ ਦੇ ਵਿੱਚ ਹੀ ਕੱਖ ਉੱਡ ਜਾਂਦਾ ਹੈ, ਤਥਾ ਮੇਲ ਸਭ ਕੋ ਸਭ ਨਾਲ। ਇਹੋ ਜਿਹਾ ਹੀ ਸਾਡਾ ਮੇਲ ਹੈ ਪਰਿਵਾਰਾਂ ਦਾ, ਪਰਿਵਾਰਾਂ ਨਾਲ, ਜੀਵ ਦਾ ਜੀਵ ਨਾਲ। ਉਤਰਨ ਪਾਰ ਤਰੀ ਪਰ ਮੇਲਾ। ਤੇ ਜਿਹੜੀ ਹੁੰਦੀ ਵਾ ਉਹ ਨਦੀ ਤਰਨ ਵਾਸਤੇ ਕੋਈ ਬੇੜੀ ਹੁੰਦੀ ਵਾ, ਜਿਸ ਪ੍ਰਕਾਰ ਪੁਨ ਵਿਛੁਰ ਹੈ ਨਹਿ ਕਰਹਿ ਸੰਭਾਲ। ਤੇ ਉਹ ਬੇੜੀ ਤੇ ਚੜ ਕੇ ਪਾਰ ਤਾਂ ਲੰਘ ਜਾਂਦੇ ਆ, ਕਿੰਨਾ ਪੂਰ ਭਰਿਆ ਹੁੰਦਾ, ਕੋਈ ਕਿਤੋਂ ਦਾ ਕੋਈ ਕਿਤੋਂ ਦਾ। ਜਦ ਬੇੜੀ ਕਿਨਾਰੇ ਲੱਗ ਜਾਂਦੀ ਫਿਰ ਕੋਈ ਕਿਧਰ ਨੂੰ ਚਲਾ ਜਾਂਦਾ, ਕੋਈ ਕਿਸ ਪਾਸੇ ਹੋ ਜਾਂਦਾ ਹੈ। ਆਏ ਪਾਹਨੋ ਨੇਸ ਬਿਸਰਾਮ ਹੈ। ਉਸੇ ਤਰ੍ਹਾਂ ਜੀਵ ਹੈ। ਔਰ ਜਿਸ ਪ੍ਰਕਾਰ ਕੋਈ ਰਾਤ ਰਹਿਣ ਵਾਸਤੇ ਘਰ ਵਿੱਚ ਪ੍ਰਾਹੁਣਾ ਆ ਜਾਵੇ, ਹੋਤ ਪ੍ਰਾਤ ਮਾਰਗ ਕੋ ਚਾਲ। ਤੇ ਜਦ ਤੜਕਾ ਹੋ ਜਾਂਦਾ ਉਹ ਆਪੇ ਚਲਾ ਜਾਂਦਾ ਹੈ। ਇੱਕ ਰਾਤ ਰਹਿ ਕਰਕੇ ਜਿਵੇਂ ਪ੍ਰਾਹੁਣੇ ਜੇ ਆ ਉਹ ਆ ਕਰਕੇ ਮੁੜ ਕੇ ਵਾਪਸ ਮੁੜ ਜਾਂਦੇ, ਸਦਾ ਨਹੀਂ ਰਹਿੰਦੇ ਹਨ। ਅਬ ਮੇਰੇ ਸਤਿਗੁਰ ਹੈ ਸਭ ਕਿਛ। ਤੇ ਇਸੇ ਤਰ੍ਹਾਂ ਹੀ ਭਾਈ ਪਰਿਵਾਰਾਂ ਦਾ ਤਾਂ ਇਹੋ ਜਿਹਾ ਹੀ ਸੰਜੋਗ ਵੈ, ਅੱਜ ਹੈ ਕੱਲ ਨਹੀਂ ਹੈ। ਪਰ ਜਿਹੜਾ ਸਾਡਾ ਸੰਜੋਗ ਹੈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ, ਸਦਨ ਕੁਟੰਬ ਪਿਤਾ ਅਰ ਮਾਤ। ਸਾਡਾ ਘਰ ਵੀ ਗੁਰੂ ਅੰਗਦ ਮਹਾਰਾਜ, ਸਾਡੇ ਪਿਤਾ ਵੀ ਗੁਰੂ ਅੰਗਦ ਮਹਾਰਾਜ, ਸਾਡੇ ਮਾਤਾ ਵੀ ਗੁਰੂ ਅੰਗਦ ਮਹਾਰਾਜ ਹਨ। ਇਹੀ ਸਹਾਇਕ ਹੋਏ ਅੰਤ ਕੋ। ਤੇ ਸਾਡਾ ਪਰਿਵਾਰ ਵੀ ਗੁਰੂ ਅੰਗਦ ਮਹਾਰਾਜ, ਇਹੀ ਸਾਡੇ ਅੰਤਲੇ ਸਮੇਂ ਸਹਾਇਤਾ ਕਰਨਗੇ ਜਦੋਂ ਕੋਈ ਨਹੀਂ ਬਾਹ ਫਕੜੇਗਾ। ਰਹਿ ਏਕਲ ਜਹ ਕੋਈ ਨਾ ਜਾਤ। ਜਿਸ ਰਸਤੇ ਤੇ ਜੀਵ ਕੱਲਾ ਹੀ ਰਹਿ ਜਾਂਦਾ, ਕੋਈ ਹੋਰ ਨਹੀਂ ਜਾਂਦਾ, ਉਥੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਰੱਖਿਆ ਕਰਦੇ ਹਨ। ਜੀਵਤ ਪ੍ਰਾਣ ਆਧਾਰ ਇਹੀ ਹੈ। ਸਾਡੇ ਜਿਉਂਦਿਆਂ ਦਾ ਪ੍ਰਾਣਾਂ ਦਾ ਆਧਾਰ ਜਿਹੜਾ ਆਸਰਾ ਉਹ ਇਹੀ ਹਨ ਸਤਿਗੁਰੂ ਜੀ। ਬਿਨ ਪਗ ਦੇਖੇ ਕਿਆ ਕਾਛ ਨਾ ਸੁਹਾਤ। ਇਸ ਪ੍ਰਕਾਰ ਸਾਨੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨ ਵੇਖੇ ਤੋਂ ਬਿਨਾ ਹੋਰ ਕੁਝ ਸੋਹਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਇਮ ਸੁਣ ਲੋਕ ਪਿਆਨ ਹੈ ਘਰ ਕੋ। ਜਦੋਂ ਇਹ ਜਵਾਬ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ ਤੇ ਬਾਸਰ ਕੇ ਨਾ ਇਸ ਇਲਾਕੇ ਦੇ ਸੰਗਤ ਫਿਰ ਉਹ ਘਰ ਨੂੰ ਵਾਪਸ ਮੁੜ ਗਏ ਵੀ ਇਹਨਾਂ ਨਹੀਂ ਆਉਣਾ ਹੈ। ਜਨ ਹੈ ਭਇਓ ਨਿਲਾਇਕ ਗਾਤ। ਕਹਿੰਦੇ ਆ ਇਹਨਾਂ ਕੀ ਆਉਣਾ, ਸਰੀਰ ਬੁੱਢਾ ਹੋ ਗਿਆ, ਹੁਣ ਇੱਥੇ ਗੁਰੂ ਘਰੇ ਹੀ ਰਹਿਣਗੇ। ਇਹੋ ਜਿਹੀਆਂ ਟਿਚਰਾਂ ਦੀਆਂ ਹੁਜਤਾਂ ਕਰਦੇ ਹੋਏ ਇਸ ਇਲਾਕੇ ਦੇ ਲੋਕ ਮੁੜ ਗਏ ਹਨ। ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ। ਪਰ ਬਾਬਾ ਅਮਰਦਾਸ ਜੀ ਦਿਨ ਰਾਤ ਹੀ ਗੁਰੂ ਅੰਗਦ ਪਾਤਸ਼ਾਹ ਦੀ ਭਾਰੀ ਸੇਵਾ ਕਰ ਰਹੇ ਆ। ਅਹੰ ਮੇਵ ਤਜ ਕੈ ਸਭ ਰੀਤ। ਮੇਰ ਤੇਰ ਜੜੀ ਵੈ ਛੱਡ ਕੇ ਹੰਗਤਾ ਮਮਤਾ, ਤੇ ਇਸ ਪ੍ਰਕਾਰ ਭਾਰੀ ਸੇਵਾ ਕਰ ਰਹੇ ਹਨ। ਦਿਨ ਪ੍ਰਤ ਅਧਿਕ ਅਧਿਕ ਹੀ ਸੇਵ ਹੈ। ਦਿਨ ਬਰ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਘਰ ਦੀ ਸੇਵਾ ਬਾਬਾ ਅਮਰਦਾਸ ਜੀ ਵੱਧ ਤੋਂ ਵੱਧ ਕਰ ਰਹੇ ਆ। ਅੱਗੇ ਹੀ ਸੇਵਾ ਜਲਦੀ ਬਹੁਤ ਵੱਡੀ ਹੈ, ਪਰ ਦਿਨ ਪਤ ਦਿਨ ਹੋਰ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ। ਕਰਤ ਚਾਂਪ ਆਤ ਉਪਜਤ ਚੀਤ। ਕਿਉਂਕਿ ਹਿਰਦੇ ਵਿੱਚ ਬਹੁਤ ਚਾਹ ਹੈ ਵੀ ਅਸੀਂ ਗੁਰੂ ਕੇ ਦਰ ਘਰ ਦੀ ਸੇਵਾ ਕਰੀਏ। ਸੁਨ ਹੈ ਨਾ ਪਨ ਹੈ ਆਨ ਬੈਨ। ਹੋਰ ਕਿਸੇ ਤੋਂ ਨਹੀਂ, ਨਾ ਕੁਝ ਸੁਣਦੇ ਆ, ਨਾ ਕੁਝ ਬਾਬਾ ਅਮਰਦੇਵ ਜੀ ਆਖਦੇ ਹਨ ਕਿਸੇ ਤਾਈਂ। ਮਨ ਗਿਨ ਹੈ ਨਾ ਗਿਣਤੀ ਕੁਛ ਵਿਪਰੀਤ। ਤੇ ਕੋਈ ਉਲਟੀ ਜੀ ਗਿਣਤੀ ਨਹੀਂ ਗਿਣਦੇ, ਸੋਚ ਨਹੀਂ ਇਹੋ ਜੀ ਕਰਦੇ ਵੀ ਕਿੱਧਰ ਆ ਗਏ। 2 ਸਾਲ ਵਰਾ ਹੋ ਚੱਲਿਆ ਇੱਥੇ ਰਹਿੰਦਿਆਂ ਨੂੰ, ਕਿੰਨੀ ਸੇਵਾ ਕੀਤੀ, ਜਾਂ ਘਰ ਜਾਣ ਬਾਰੇ ਕੋਈ ਗਿਣਤੀ ਐਸੀ ਕਦੋਂ ਜਾਣਾ ਕਦੋਂ ਨਹੀਂ, ਇਹੋ ਜੀ ਗਿਣਤੀ ਨਹੀਂ ਗਿਣਦੇ ਹਨ। ਤਨ ਮਨ ਅਰਪਿਓ ਚਰਨ ਗੁਰੂ ਕੇ। ਤੇ ਗੁਰੂ ਕੇ ਚਰਨ ਅਰਪਦੇ ਆ ਤਨ ਕਰਕੇ, ਮਨ ਕਰਕੇ, ਮਨ ਬਾਣੀ ਸਰੀਰ ਕਰਕੇ ਕੇਵਲ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੇ ਹੀ ਹਨ। ਇਸੀ ਖਿਆਲ ਮਹਿ ਪਰਮ ਅਤੀਤ। ਇਸੇ ਖਿਆਲ ਦੇ ਵਿੱਚ ਪਰਮ ਅਤੀਤ ਹੋ ਗਏ, ਵੱਡੇ ਹੀ ਅਤੀਤ ਵੈਰਾਗੀ ਹੋ ਗਏ ਹਨ। ਪੁਨ ਸੰਮਤ ਦੂਸਰ ਪਾ ਪੂਰਨ। ਫਿਰ 2 ਵਾਰੇ ਹੋ ਗਏ ਇਸੇ ਤਰ੍ਹਾਂ ਸੇਵਾ ਕਰਦਿਆਂ ਨੂੰ।
ਜਦੋਂ ਦੂਸਰਾ ਵਰਾ ਬਤੀਤ ਹੋਇਆ ਹੈ। ਸ੍ਰੀ ਗੁਰ ਦੂਜੋ ਦੀਨ ਰੁਮਾਲ। ਫਿਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਸਰੋਪਾਉ ਦੂਸਰਾ ਸਾਲ ਪੂਰਾ ਹੋਣ ਤੇ ਦਿੱਤਾ ਹੈ। ਬਖਸ਼ਿਸ਼ ਜਾਨੀ ਸੁਆਮੀ ਕਰ ਕੀ। ਤੇ ਆਪਦੇ ਸੁਆਮੀ ਮਾਲਕ ਦੇ ਹੱਥੋਂ ਬਖਸ਼ਿਸ਼ ਜਾਣੀ ਹੈ ਬਾਬਾ ਅਮਰਦਾਸ ਜੀਆਂ ਨੇ। ਸਿਰ ਪਰ ਬਾਂਧ ਲੀਨ ਤਤਕਾਲ। ਤੇ ਜਦ ਹੀ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਿਰੋਪਾਉ ਬਾਬਾ ਅਮਰਦਾਸ ਜੀ ਆਪਦੇ ਸ਼ੀਸ਼ ਤੇ ਸਜਾ ਲਿਆ ਹੈ। ਦ੍ਰਿੜ ਕਰ ਦਾਮ ਜੇ ਉਤਰਹਿ ਨਾਹਿਨ। ਚੰਗੀ ਤਰ੍ਹਾਂ ਬੰਨ ਲੈਂਦੇ ਵੈ ਤਾਂ ਕਿ ਉਤਰੇ ਨਾ ਦੁਬਾਰਾ ਲੈ ਨਾ ਜਾਵੇ। ਸਿਸਲ ਹੋਏ ਪੁਨ ਲੇਹ ਸੰਭਾਲ। ਜੇ ਕਮਜ਼ੋਰਾ ਜਿਹਾ ਹੁੰਦਾ ਢਿੱਲਾ ਹੁੰਦਾ ਫੇਰ ਕੱਸ ਕੇ ਸਜਾ ਲੈਂਦੇ ਹਨ। ਕਬਹੁ ਨਹੀਂ ਉਤਾਰ ਨਿਹਾਰੀ। ਕਦੇ ਵੀ ਇਹਨਾਂ ਨੇ ਉਤਾਰ ਕੇ ਸਰੋਪਾਉ ਨਹੀਂ ਵੇਖਿਆ। ਇੱਕ ਵਾਰੀ ਸ਼ੀਸ਼ ਤੇ ਸਜਾ ਲਿਆ ਜਦ। ਭੀਜਹਿ ਕਈ ਵਾਰ ਜਲ ਨਾਲ। ਕਈ ਵਾਰੀ ਮੀਂਹਾਂ ਬਾਰਿਸ਼ਾਂ ਦੇ ਵਿੱਚ ਜਲ ਦੇ ਨਾਲ ਵੀ ਭਿੱਜ ਜਾਂਦਾ ਹੈ। ਬੈਸ ਘਟਤ ਨਿਤ ਪ੍ਰੇਮ ਬਧਤ ਚਿਤ। ਉਮਰ ਜਿਹੜੀ ਉਹ ਘਟ ਰਹੀ ਹੈ ਨਿਤਾ ਪ੍ਰਤੀ, ਪਰ ਜਿਹੜਾ ਪ੍ਰੇਮ ਹੈ ਗੁਰੂ ਅੰਗਦ ਮਹਾਰਾਜ ਦੇ ਦਰ ਘਰ ਦਾ ਉਹ ਬਾਬਾ ਅਮਰਦਾਸ ਜੀਆਂ ਦੇ ਹਿਰਦੇ ਵਿੱਚ ਹੋਰ ਦੂਣਾ ਚੌਣਾ ਹੋ ਰਿਹਾ ਹੈ। ਤਿਆਂ ਤਿਆਂ ਸੇਵਾ ਕਰਹਿ ਕਿਰਪਾਲ। ਉਵੇਂ ਉਵੇਂ ਕਿਰਪਾ ਦੇ ਘਰ ਗੁਰੂ ਪਾਤਸ਼ਾਹ ਦੇ ਦਰ ਘਰ ਦੀ ਸੇਵਾ ਵੱਧ ਤੋਂ ਵੱਧ ਕਿਰਪਾਲੂ ਦਇਆਲੂ ਗੁਰੂ ਅਮਰਦਾਸ ਜੀ ਕਰ ਰਹੇ ਹਨ। ਨਰ ਉਪਹਾਸ ਜੇ ਠਾਨ ਹੈ ਮੂਰਖ। ਜਿਹੜੇ ਵੀ ਇੱਥੇ ਕੋਈ ਉਹ ਟਿਚਰਾਂ ਕਰਨ ਵਾਲੇ ਮੂਰਖ ਜੇ ਹੁੰਦੇ ਗੁਰੂ ਘਰਾਂ ਵਿੱਚ, ਉਹ ਇੱਥੇ ਖਡੂਰ ਸਾਹਿਬ ਦੇ ਮੂਰਖ ਜੇ ਕੁਝ ਲੋਕ ਜਿਹੜੇ ਆ ਉਹ ਮਜ਼ਾਕ ਉਡਾਉਂਦੇ ਆ ਬਾਬਾ ਅਮਰਦਾਸ ਜੀ ਦਾ। ਨਹਿ ਮਨ ਹੈ ਕਰ ਮਾਨ ਵਿਸਾਲ। ਪਰ ਕੋਈ ਸੁਣਦੇ ਹੀ ਨਹੀਂ ਬਾਬਾ ਅਮਰਦਾਸ ਜੀ, ਬਸ ਕੇਵਲ ਤੇ ਕੇਵਲ ਆਨੰਦ ਵਿੱਚ ਤੇ ਚੁੱਪ ਹੀ ਰਹਿੰਦੇ ਹਨ। ਭਾਉ ਭਗਤ ਮਹਿ ਜਾਗ ਹੈ ਨਿਤ ਪ੍ਰਤ। ਨਿਤਾ ਪ੍ਰਤੀ ਭਾਉ ਭਗਤ ਵਾਲੇ ਪਾਸੇ ਨੂੰ ਜਾਗਦੇ ਜਾਂਦੇ ਆ। ਹਿਰਦੇ ਦੀ ਜਿਹੜੀ ਸਿਮਰਤੀ ਹੈ ਉਹ ਭਾਉ ਭਗਤ ਵਾਲੇ ਪਾਸੇ ਜਾਗ ਰਹੀ ਹੈ। ਸੋਇਓ ਜੇ ਜਗ ਕੇ ਜੰਜਾਲ। ਕਿ ਬਿਰਤੀ ਆ ਜਿਹੜੀ ਉਹ ਭਾਉ ਭਗਤ ਵਾਲੇ ਪਾਸੇ ਜਾਗ ਪਈ ਹੈ ਤੇ ਜਗ ਦੇ ਜੰਜਾਲ ਬੰਧਨਾਂ ਵਾਲੇ ਪਾਸੇ ਸੌਂ ਗਈ ਹੈ। ਬਸਤਰ ਫਟਤ ਤਨ ਦੁਰਬਲ ਹੋਇਆ। ਕੱਪੜੇ ਬਾਬਾ ਅਮਰਦਾਸ ਜੀਆਂ ਦੇ ਪਾਟੇ ਹੋਏ ਵੈ। ਸਰੀਰ ਬੁੱਢਾ ਹੋਣ ਕਰਕੇ ਬਹੁਤ ਕਮਜ਼ੋਰਾ ਹੋ ਚੁੱਕਾ ਹੈ। ਗੁਰ ਅਨੁਰਾਗ ਧਰੇ ਰੰਗ ਲਾਲ। ਪਰ ਗੁਰੂ ਕੇ ਜਿਹੜੇ ਵੈ ਨਾ ਪ੍ਰੇਮ ਦੇ ਰੰਗ ਜਿਹੜਾ ਵੈ ਨਾ ਚੜ੍ਹਦਾ ਰੰਗ ਲਾਗਤ 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 ਹੈ। ਉਹ ਰੰਗ ਜਿਹੜਾ ਵੈ ਪ੍ਰੇਮ ਦਾ ਦਿਨ ਪ੍ਰਤ ਦਿਨ ਬਾਬਾ ਅਮਰਦਾਸ ਜੀਆਂ ਨੂੰ ਲੱਗਦਾ ਜਾ ਰਿਹਾ ਹੈ। ਇਉਂ 3 ਵਰ੍ਹੇ ਜਿਹੜੇ ਬਤੀਤ ਹੋਏ ਬਾਬਾ ਅਮਰਦਾਸ ਜੀਆਂ ਜਿਵੇਂ ਸੇਵਾ ਕੀਤੀ। ਜਥਾ ਪ੍ਰਸੰਗ ਖਾਲਸਾ ਜੀ 12 ਵਰ੍ਹੇ ਜਿਹੜੀ ਸੇਵਾ ਕੀਤੀ ਉਹ ਅੱਗੇ ਕੁਝ ਪ੍ਰਸੰਗ ਰਹਿ ਗਿਆ ਹੈ। ਉਹ ਬਾਕੀ ਜੋ ਰਹਿੰਦਾ ਪ੍ਰਸੰਗ ਹੈ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਸਭ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣ। ਗੁਰੂ ਪਾਤਸ਼ਾਹ ਮਹਾਰਾਜ ਜੀ ਬੁੱਧੀ ਤੁੱਛ ਹੈ, ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭਾਉ ਭਗਤ ਮਹਿ ਜਗ ਹੈ ਨਿਤ ਪ੍ਰਤ। ਸੋਇਓ ਜੇ ਜਗ ਕੇ ਜੰਜਾਲ। ਬਸਤਰ ਫਟਤ ਤਨ ਦੁਰਬਲ ਹੋਇਆ। ਗੁਰ ਅਨੁਰਾਗ ਧਰੇ ਰੰਗ ਲਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਅਪਰੰਪਰ ਹਰ ਹਰੇ ਹੈ ਪੀ ਹੋ ਬਣਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ
ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।